ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਤੁਹਾਡੀਆਂ ਅਗਲੀਆਂ ਜਿਹੜੀਆਂ 5 ਆਪਣੀਆਂ ਲਾਸਟ ਵਰਕਸ਼ੀਟਸ ਹੱਲ ਕਰਨ ਗਲੀਆਂ ਰਹਿ ਗਈਆਂ ਸੀ, ਅੱਜ ਆਪਾਂ ਬੇਟਾ ਉਹ ਕਰਾਂਗੇ। 8 ਚੈਪਟਰਾਂ ਦੀਆਂ ਆਪਾਂ ਵਰਕਸ਼ੀਟ ਕਰਨੀਆਂ ਸੀ, ਜਿਨ੍ਹਾਂ ਦੇ ਆਪਾਂ 2 ਭਾਗ ਪਹਿਲਾਂ ਬਣਾ ਚੁੱਕੇ। ਉਹਨਾਂ ਦੇ 2 ਭਾਗਾਂ ਦੇ ਲਿੰਕ ਆ ਜਿਹੜੇ ਉਹ ਡਿਸਕ੍ਰਿਪਸ਼ਨ ਵਿੱਚ ਪਾ ਦਿੱਤੇ ਜਾਣਗੇ। ਅਗਰ ਕਿਸੇ ਬੱਚੇ ਨੇ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਬੇਟਾ ਉਹ ਸਭ ਨੇ ਦੇਖ ਲੈਣੀਆਂ ਨੇ, ਉਹ ਤੁਹਾਡੇ ਪੱਕੇ ਪੇਪਰ ਦੇ ਵਿੱਚ ਤੁਹਾਨੂੰ ਕੰਮ ਆਉਣਗੀਆਂ। ਅੱਜ ਆਪਾਂ ਵਰਕਸ਼ੀਟ ਕਰਦੇ ਹਾਂ ਪਾਠ ਨੰਬਰ 2 ਦੀ ਤੇਜ਼ਾਬ ਖਾਰ ਅਤੇ ਲੂਣ। ਪਹਿਲਾ ਕੁਐਸਚਨ ਆ ਬੇਟਾ ਇਹਦੇ ਵਿੱਚ, ਗੁਰਪ੍ਰੀਤ ਦੇ ਕੁੜਤੇ ਉੱਤੇ ਹਲਦੀ ਦਾ ਘੋਲ ਡੁੱਲ ਗਿਆ, ਜਿਸ ਨੂੰ ਸਾਬਣ ਨਾਲ ਧੋਣ 'ਤੇ ਦਾਗ ਲਾਲ ਭੂਰਾ ਹੋ ਗਿਆ ਹੈ। ਅਜਿਹਾ ਕਿਸ ਕਾਰਨ ਹੋਇਆ ਹੈ? ਕਿਸ ਕਾਰਨ ਹੁੰਦਾ ਬੇਟਾ ਅਜਿਹਾ? ਕਿਉਂਕਿ ਜਿਹੜਾ ਸਾਬਣ ਹੈ ਉਹਦਾ ਸੁਭਾਅ ਜਿਹੜਾ ਉਹ ਕੀ ਹੁੰਦਾ, ਖਾਰੀ ਹੁੰਦਾ ਹੈ। ਠੀਕ ਹੈ ਬੇਟਾ, ਉਸ ਕਰਕੇ ਉਹ ਹੋ ਗਿਆ। ਇਹ ਕਿਉਂ ਹੋਇਆ? ਜਿਹੜਾ ਹਲਦੀ ਹੈ ਉਹ ਇੱਕ ਇੰਡੀਕੇਟਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇੰਡੀਕੇਟਰ, ਹਲਦੀ ਦਾ ਜਿਹੜਾ ਘੋਲ ਹੈ, ਜਿਹੜੀ ਪੇਸਟ ਆ ਉਹ ਇੰਡੀਕੇਟਰ ਦੇ ਤੌਰ 'ਤੇ ਵਰਤੀ ਜਾਂਦੀ ਹੈ। ਮਤਲਬ ਆਪਾਂ ਸੂਚਕ ਵੀ ਕਹਿ ਦਿੰਦੇ ਹਾਂ, ਜਿਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਵੀ ਕੋਈ ਸੋਲਿਊਸ਼ਨ ਦਿੱਤਾ ਆਪਾਂ ਨੂੰ, ਉਹ ਐਸਿਡਿਕ ਆ ਜਾਂ ਬੇਸਿਕ ਹੈ, ਮਤਲਬ ਉਹ ਤੇਜ਼ਾਬ ਆ ਜਾਂ ਖਾਰ ਹੈ। ਠੀਕ ਹੈ, ਜੋ ਲਾਲ ਭੂਰਾ ਹੋ ਜਾਂਦਾ ਕਲਰ ਉਹਦਾ, ਤਾਂ ਉਹਦਾ ਮਤਲਬ ਖਾਰੀ ਹੁੰਦਾ। ਇਸ ਕਰਕੇ ਸਾਬਣ ਦਾ ਸੁਭਾਅ ਕੀ ਹੁੰਦਾ, ਖਾਰੀ ਹੁੰਦਾ। ਇੰਡੀਕੇਟਰ ਨੇ ਜਿਹੜੇ ਆਪਣੇ ਕੋਲ, ਇੱਕ ਤਾਂ ਆਪਾਂ ਲਿਟਮਸ ਪੇਪਰ ਵਰਤਦੇ ਹਾਂ ਇੰਡੀਕੇਟਰ ਦੇ ਤੌਰ 'ਤੇ, ਸੂਚਕ ਦੇ ਤੌਰ 'ਤੇ, ਇੱਕ ਟਮੈਰਿਕ ਮਤਲਬ ਹਲਦੀ, ਉਦੋਂ ਬਾਅਦ ਇੱਕ ਫਨੋਲ ਪਥਾਲੀਨ ਹੁੰਦਾ, ਉਹ ਆਪਾਂ ਬਾਅਦ 'ਚ ਡਿਸਕਸ ਕਰਾਂਗੇ। ਅਗਲਾ ਕੁਐਸਚਨ, ਸੁਨੀਤਾ ਨੇ ਨੋਟ ਕੀਤਾ ਹੈ ਕਿ ਉਸਦੀ ਮਾਤਾ ਜੀ ਦਹੀਂ ਨੂੰ ਕਦੇ ਵੀ ਤਾਂਬੇ ਦੇ ਬਰਤਨ ਵਿੱਚ ਨਹੀਂ ਰੱਖਦੇ, ਉਹ ਅਜਿਹਾ ਕਿਉਂ ਕਰਦੇ ਹਨ? ਪਹਿਲੀ ਆਪਸ਼ਨ, ਦਹੀਂ ਤਾਂਬੇ ਦੇ ਬਰਤਨ ਵਿੱਚ ਨਹੀਂ ਜੰਮਦਾ, ਦਹੀਂ ਵਿਚਲਾ ਤੇਜ਼ਾਬ ਤਾਂਬੇ ਨਾਲ ਕਿਰਿਆ ਕਰ ਜਾਂਦਾ ਹੈ। ਈਡੀ ਆਪਸ਼ਨ, ਊੜਾ ਤੇ ਆੜਾ ਦੋਨੋਂ, ਉਪਰੋਕਤ ਵਿੱਚੋਂ ਕੋਈ ਨਹੀਂ। ਜਿਹੜਾ ਸਹੀ ਹੈ ਬੇਟਾ, ਦਹੀਂ ਵਿਚਲਾ ਤੇਜ਼ਾਬ ਤਾਂਬੇ ਨਾਲ ਕਿਰਿਆ ਕਰ ਜਾਂਦਾ ਹੈ, ਇਸ ਕਰਕੇ ਉਹਨੂੰ ਤਾਂਬੇ ਦੇ ਬਰਤਨ ਦੇ ਵਿੱਚ ਨਹੀਂ ਜਮਾਇਆ ਜਾਂਦਾ। ਤੀਜਾ, ਸ਼ਾਦੀ ਵਿੱਚ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਨਾਲ ਮਨਦੀਪ ਨੂੰ ਐਸਿਡਿਟੀ ਹੋ ਗਈ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਨਾਲ ਮਨਦੀਪ ਨੂੰ ਆਰਾਮ ਮਿਲੇਗਾ? ਅਗਰ ਕਿਸੇ ਨੂੰ ਐਸਿਡਿਟੀ ਦਾ ਮਤਲਬ ਤੇਜ਼ਾਬ ਬਣ ਗਿਆ ਹੈ, ਅਗਰ ਕਿਸੇ ਨੂੰ ਐਸਿਡਿਟੀ ਹੋ ਜਾਂਦੀ ਹੈ ਜਾਂ ਤੇਜ਼ਾਬ ਬਣ ਜਾਂਦਾ ਆਮ ਭਾਸ਼ਾ ਦੇ ਵਿੱਚ, ਤਾਂ ਉਹਦੇ ਲਈ ਜਿਹੜੀ ਦਵਾਈ ਵਰਤੀ ਜਾਂਦੀ ਹੈ ਉਹ ਕਿਹੜੀ ਹੁੰਦੀ ਹੈ? ਐਂਟ ਐਸਿਡ। ਠੀਕ ਹੈ, ਬਦ ਹਜ਼ਮੀ ਲਈ ਵੀ ਇਹੀ ਵਰਤੀ ਜਾਂਦੀ ਹੈ, ਤੇਜ਼ਾਬ ਬਣ ਜਾਂਦਾ ਉਹਦੇ ਲਈ ਵੀ ਇਹੀ ਵਰਤੀ ਜਾਂਦੇ ਹੈ। ਐਂਟ ਐਸਿਡ ਦਵਾਈ ਇਹਦੇ ਲਈ ਵਰਤੀ ਜਾਊਗੀ, ਜਿਹਦੇ ਨਾਲ ਉਹਨੂੰ ਆਰਾਮ ਮਿਲੇਗਾ। ਉਹਦੋਂ ਬਾਅਦ ਇੱਕ ਇਹ ਵੀ ਹੈ ਬੇਟਾ, ਐਂਟੀਸੈਪਟਿਕ ਜਿਹੜੀਆਂ ਹੁੰਦੀਆਂ ਨੇ, ਉਹ ਜਿਹੜੀਆਂ ਦਵਾਈਆਂ ਐਂਟੀਸੈਪਟਿਕ ਹੁੰਦੀਆਂ ਨੇ, ਉਹ ਜਿਹੜੇ ਜਰਮਸ ਹੁੰਦੇ ਨੇ, ਜੀਵਾਣੂ ਜਿਹੜੇ ਬਿਮਾਰੀਆਂ ਫੈਲਾਉਂਦੇ ਨੇ, ਉਹਨਾਂ ਦੀ ਗਰੋਥ ਨੂੰ ਰੋਕਣ ਵਾਸਤੇ ਹੁੰਦੀ ਹੈ, ਉਹਨਾਂ ਦੇ ਵਾਧੇ ਨੂੰ ਰੋਕਣ ਵਾਸਤੇ ਦਵਾਈ ਇਹ ਦਿੱਤੀ ਜਾਂਦੀ ਹੈ। ਉਦੋਂ ਬਾਅਦ ਆਪਣੇ ਕੋਲ ਐਨਾਲਜੈਸਿਕ ਹੁੰਦੀ ਹੈ ਦਵਾਈ ਇੱਕ, ਇਹ ਹੈ ਜਿਹੜੀ ਪੇਨ ਹੁੰਦਾ, ਮਤਲਬ ਕੋਈ ਦਰਦ ਹੁੰਦਾ, ਉਹ ਦਰਦ ਨੂੰ ਘਟਾਉਣ ਦੇ ਲਈ ਜਾਂ ਹਟਾਉਣ ਲਈ ਇਹ ਐਨਾਲਜੈਸਿਕ ਦਵਾਈ ਵਰਤੀ ਜਾਂਦੀ ਹੈ, ਦਰਦ ਨੂੰ ਹਟਾਉਣ ਲਈ। ਉਹਦਾ ਇੱਕ ਐਂਟੀਬਾਇਓਟਿਕ ਹੁੰਦੀ ਹੈ, ਜਿਹੜੇ ਜਰਮਸ ਹੁੰਦੇ ਨੇ ਉਹਨਾਂ ਨੂੰ ਮਾਰਨ ਦੇ ਲਈ, ਜਿਹੜੇ ਬਿਮਾਰੀਆਂ ਫੈਲਾ ਰਹੇ ਨੇ ਉਹਨਾਂ ਨੂੰ ਮਾਰਨ ਦੇ ਲਈ ਜਿਹੜੀ ਦਵਾਈ ਵਰਤੀ ਜਾਂਦੀ ਹੈ ਉਹ ਐਂਟੀਬਾਇਓਟਿਕ ਵਰਤੀ ਜਾਂਦੀ ਹੈ। ਠੀਕ ਹੈ, ਬਾਦ ਹਾਜ਼ਮੀ ਲਈ ਅਤੇ ਐਸਿਡਿਟੀ ਹਟਾਉਣ ਲਈ ਕਿਹੜੀ ਦਵਾਈ ਵਰਤੀ ਜਾਂਦੀ ਬੇਟਾ? ਐਂਟ ਐਸਿਡ। ਖੇਡਦੇ ਹੋਏ ਰਵੀ ਦੀ ਬਾਂਹ ਟੁੱਟ ਗਈ, ਰਵੀ ਨੇ ਨੋਟ ਕੀਤਾ ਕਿ ਡਾਕਟਰ ਨੇ ਟੁੱਟੀ ਹੱਡੀ ਨੂੰ ਸਥਿਰ ਰੱਖਣ ਲਈ ਇੱਕ ਖਾਸ ਕਿਸਮ ਦੇ ਪਾਊਡਰ ਦੀ ਪੇਸਟ ਦਾ ਇਸਤੇਮਾਲ ਕੀਤਾ, ਇਸ ਪਾਊਡਰ ਨੂੰ ਕੀ ਕਹਿੰਦੇ ਹਨ? ਇਹ ਤਾਂ ਆਪਾਂ ਆਪਣੀ ਬੁੱਕ ਦੇ ਵਿੱਚ ਪੜ੍ਹਦੇ ਹਾਂ। ਕੀ ਕਹਿੰਦੇ ਆ ਬੇਟਾ ਉਹਨੂੰ? ਪਲਾਸਟਰ ਆਫ ਪੈਰਿਸ। ਇਹਦਾ ਸੂਤਰ ਵੀ ਯਾਦ ਕਰ ਲਓ, ਕਈ ਵਾਰੀ ਇਹਦਾ ਪੇਪਰ ਦੇ ਵਿੱਚ ਸੂਤਰ ਵੀ ਪੁੱਛ ਲੈਂਦੇ ਆ। ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ, ਮਤਲਬ ਹਾਫ ਮੋਲੀਕਿਊਲ ਵਾਟਰ, ਪਾਣੀ ਦਾ ਅੱਧਾ ਅਣੂ। ਕੈਲਸ਼ੀਅਮ ਸਲਫੇਟ ਹਾਫ ਵਾਟਰ ਮੋਲੀਕਿਊਲ, ਪਾਣੀ ਦਾ ਅਣੂ ਅੱਧਾ। ਇਹ ਇਹਦਾ ਸੂਤਰ ਹੈ, ਇਹ ਜਿਪਸਮ ਤੋਂ ਤਿਆਰ ਕੀਤਾ ਜਾਂਦਾ। ਅਗਲਾ ਕੁਐਸਚਨ ਬੇਟਾ, ਹਰਮੀਤ ਜਾਣਨਾ ਚਾਹੁੰਦਾ ਹੈ, 5ਵਾਂ ਕੁਐਸਚਨ, ਕਿ ਅੱਗ ਬੁਝਾਊ ਯੰਤਰਾਂ ਵਿੱਚ ਕਿਹੜਾ ਪਦਾਰਥ ਤੇਜ਼ਾਬ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਬਣਾਉਂਦਾ ਹੈ? ਹੇਠ ਲਿਖੇ ਪਦਾਰਥਾਂ ਵਿੱਚੋਂ ਸਹੀ ਪਦਾਰਥ ਲੱਭ ਕੇ ਹਰਮੀਤ ਦੀ ਸਹਾਇਤਾ ਕਰੋ। ਇਹਨਾਂ ਦੇ ਵਿੱਚੋਂ ਕਿਹੜਾ ਪਦਾਰਥ ਆ ਬੇਟਾ? ਉਹ ਮਿੱਠਾ ਸੋਡਾ, ਸੋਡੀਅਮ ਬਾਈਕਾਰਬੋਨੇਟ। ਸੋਡੀਅਮ ਬਾਈਕਾਰਬੋਨੇਟ ਆ ਜਿਹੜਾ ਉਹ ਅੱਗ ਬੁਝਾਊ ਯੰਤਰਾਂ ਵਿੱਚ ਵਰਤਿਆ ਜਾਂਦਾ, ਤੇਜ਼ਾਬ ਨਾਲ ਕਿਰਿਆ ਕਰਕੇ ਉਹ ਕਾਰਬਨ ਡਾਈਆਕਸਾਈਡ ਬਣਾਉਂਦਾ, ਅਤੇ ਕਾਰਬਨ ਡਾਈਆਕਸਾਈਡ ਆ ਜਿਹੜੀ ਉਹ ਅੱਗ ਬੁਝਾਉਣ ਦੇ ਵਿੱਚ ਮਦਦ ਕਰਦੀ ਹੈ।
ਅਗਲਾ ਕੁਐਸਚਨ, ਦੀਪਕ ਦੇ ਦੰਦਾਂ ਦਾ ਖੋਰ ਆਰੰਭ ਹੋ ਗਿਆ ਹੈ। ਡਾਕਟਰ ਤੋਂ ਪੁੱਛਣ 'ਤੇ ਡਾਕਟਰ ਨੇ ਦੱਸਿਆ ਕਿ ਜਦੋਂ ਮੂੰਹ ਵਿੱਚ pH ਦਾ ਮਾਨ ਇੱਕ ਨਿਸ਼ਚਿਤ ਮਾਤਰਾ ਤੋਂ ਘੱਟ ਜਾਂਦਾ ਹੈ ਤਾਂ ਦੰਦ ਖੋਰ ਆਰੰਭ ਹੋ ਜਾਂਦਾ ਹੈ। ਦੰਦਾਂ ਦੇ ਖੋਰ ਤੋਂ ਬਚਣ ਲਈ ਮੂੰਹ ਦੇ pH ਦਾ ਮਾਨ ਕਿੰਨਾ ਹੋਣਾ ਚਾਹੀਦਾ? ਜੇਕਰ pH ਮਾਨ ਆ ਜਿਹੜਾ ਉਹ 5.5 ਤੋਂ ਘੱਟ ਹੋਵੇ ਤਾਂ ਜਿਹੜਾ ਦੰਦਾਂ ਦਾ ਅਨੇਮਲ ਆ ਬੇਟਾ ਉਹ ਖੁਰਨ ਲੱਗ ਜਾਂਦਾ। ਇਸ ਕਰਕੇ ਮੂੰਹ ਦਾ pH ਦਾ ਮਾਨ ਆ ਜਿਹੜਾ ਉਹ ਕਿੰਨਾ ਹੋਣਾ ਚਾਹੀਦਾ? 5.5 ਤੋਂ ਜ਼ਿਆਦਾ ਹੋਣਾ ਚਾਹੀਦਾ। ਅਮਨ ਨੂੰ ਅੱਜ ਪਤਾ ਲੱਗਿਆ ਕਿ ਨਿੰਬੂ ਜਾਤੀ ਦੇ ਫਲਾਂ ਵਿੱਚ ਵੀ ਇੱਕ ਤੇਜ਼ਾਬ ਹੁੰਦਾ ਹੈ। ਨਿੰਬੂ ਜਾਤ ਦੇ ਫਲਾਂ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਨਿੰਬੂ ਜਾਤ ਦੇ ਫਲਾਂ ਦੇ ਵਿੱਚ ਕਿਹੜਾ ਤੇਜ਼ਾਬ ਹੁੰਦਾ ਬੇਟਾ? ਸਿਟਰਿਕ ਐਸਿਡ। ਇਹ ਤੁਹਾਡੀ ਬੁੱਕ ਦੇ ਵਿੱਚ ਵੀ ਦਿੱਤੇ ਹੋਏ ਨੇ, ਤੁਸੀਂ ਸਾਰੇ ਯਾਦ ਕਰਨੇ ਨੇ। ਜਿਵੇਂ ਕੀੜੀ ਦੇ ਡੰਗ ਦੇ ਵਿੱਚ ਆਕਜ਼ੈਲਿਕ ਐਸਿਡ, ਮਿਥਾਨੋਇਕ ਐਸਿਡ ਹੁੰਦਾ। ਐਵੇਂ ਨਿੰਬੂ ਜਾਤੀ ਦੇ ਜਿਹੜੇ ਫਲ ਨੇ ਉਹਨਾਂ ਦੇ ਵਿੱਚ ਕਿਹੜਾ ਹੁੰਦਾ? ਸੰਤਰਾ ਹੋ ਗਿਆ, ਨਿੰਬੂ ਹੋ ਗਿਆ, ਉਹਨਾਂ ਦੇ ਵਿੱਚ ਸਿਟਰਿਕ ਐਸਿਡ ਜਾਂ ਤੇਜ਼ਾਬ ਹੁੰਦਾ ਹੈ। ਮਨੋਜ ਨੇ ਵੇਖਿਆ ਕਿ ਜਦੋਂ ਉਸਨੇ ਫਨੋਲ ਪਥਾਲੀਨ ਸੂਚਕ ਨੂੰ ਦਿੱਤੇ ਹੋਏ ਘੋਲ ਵਿੱਚ ਪਾਇਆ ਤਾਂ ਘੋਲ ਦਾ ਰੰਗ ਹਲਕਾ ਗੁਲਾਬੀ ਹੋ ਗਿਆ। ਦਿੱਤੇ ਹੋਏ ਘੋਲ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ? ਦਿੱਤਾ ਹੋਇਆ ਘੋਲ ਆ ਜਿਹੜਾ ਉਹ ਖਾਰੀ ਹੈ। ਮੈਂ ਤੁਹਾਨੂੰ ਦੱਸ ਦੇਣਾ, ਨੋਟ ਕਰ ਲਓ। ਫਿਨੋਲ ਪਥਾਲੀਨ ਇੱਕ ਇੰਡੀਕੇਟਰ ਹੈ, ਮਤਲਬ ਇੱਕ ਸੂਚਕ ਹੈ। ਤਾਂ ਬੇਟਾ ਫਿਨੋਲ ਪਥਾਲੀਨ ਇੱਕ ਸੂਚਕ ਹੈ ਜਿਹੜਾ ਆਪਾਂ ਨੂੰ ਦੱਸਦਾ ਵੀ ਇਹ ਦਿੱਤਾ ਹੋਇਆ ਘੋਲ ਆ ਜਿਹੜਾ ਉਹ ਤੇਜ਼ਾਬੀ ਆ ਜਾਂ ਖਾਰੀ ਹੈ। ਇਹਦਾ ਜਿਹੜਾ ਆਪਦਾ ਰੰਗ ਹੁੰਦਾ ਉਹ ਰੰਗਹੀਨ ਹੁੰਦਾ, ਮਤਲਬ ਇਹ ਕਲਰਲੈਸ ਹੁੰਦਾ, ਰੰਗਹੀਨ ਹੁੰਦਾ ਇਹ ਆਪ। ਤੇਜ਼ਾਬੀ ਅਤੇ ਉਦਾਸੀਨ ਘੋਲ ਦੇ ਵਿੱਚ, ਐਸਿਡਿਕ ਅਤੇ ਨਿਊਟਰਲ ਘੋਲ ਦੇ ਵਿੱਚ ਇਹ ਕਲਰਲੈਸ ਹੀ ਰਹਿੰਦਾ, ਮਤਲਬ ਰੰਗਹੀਨ ਹੀ ਰਹਿੰਦਾ। ਪਰ ਜਿਹੜਾ ਬੇਸਿਕ ਹੁੰਦਾ ਖਾਰੀ ਘੋਲ ਦੇ ਵਿੱਚ ਇਹ ਪਿੰਕ ਕਲਰ ਦਾ ਹੋ ਜਾਂਦਾ, ਗੁਲਾਬੀ ਕਲਰ ਦਾ ਹੋ ਜਾਂਦਾ। ਇਹਨੂੰ ਨੋਟ ਕਰ ਲਓ ਬੇਟਾ ਆਪਣੀ ਕਾਪੀ 'ਚ, ਠੀਕ ਹੈ। ਐਸਿਡਿਕ ਅਤੇ ਨਿਊਟਰਲ ਦੇ ਵਿੱਚ ਮਤਲਬ ਤੇਜ਼ਾਬੀ ਅਤੇ ਉਦਾਸੀਨ ਘੋਲ ਦੇ ਵਿੱਚ ਇਹ ਰੰਗਹੀਨ ਹੀ ਰਹਿੰਦਾ, ਪਰ ਖਾਰੀ ਜਾਂ ਬੇਸਿਕ ਦੇ ਵਿੱਚ ਇਹ ਗੁਲਾਬੀ ਹੋ ਜਾਂਦਾ, ਠੀਕ ਹੈ ਬੇਟਾ। ਅਗਲੀ ਜਿਹੜੀ ਵਰਕਸ਼ੀਟ ਆਪਣੇ ਅਗਲੇ ਚੈਪਟਰ ਦੇ ਵਿੱਚੋਂ ਆ, ਧਾਤਾਂ ਅਤੇ ਅਧਾਤਾਂ, ਤੀਜਾ ਚੈਪਟਰ। ਗਗਨ ਨੂੰ ਅੱਜ ਕਲਾਸ ਵਿੱਚ ਪਤਾ ਲੱਗਾ ਕਿ ਧਾਤ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ। ਧਾਤਾਂ ਦੇ ਇਸ ਗੁਣ ਨੂੰ ਕੁਟੀਨਯੋਗਤਾ ਕਹਿੰਦੇ ਹਨ। ਇਹ ਆਪਾਂ ਪੜ੍ਹਿਆ ਹੈ। ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਧ ਕੁਟੀਨਯੋਗ ਧਾਤ ਕਿਹੜੀ ਬਣੂਗੀ? ਕਿਹੜੀ ਹੈ ਬੇਟਾ? ਲੋਹਾ, ਤਾਂਬਾ, ਚਾਂਦੀ, ਜ਼ਿੰਕ। ਸਭ ਤੋਂ ਵੱਧ ਕੁਟੀਨਯੋਗ ਧਾਤ ਕਿਹੜੀ ਹੈ? ਸੋਨਾ ਅਤੇ ਚਾਂਦੀ ਹੈ, ਠੀਕ ਹੈ। ਇੱਥੇ ਆਪਣੇ ਕੋਲ ਚਾਂਦੀ ਆਪਸ਼ਨ ਦਿੱਤੀ ਹੈ ਤਾਂ ਇਸ ਕਰਕੇ ਇੱਥੇ ਚਾਂਦੀ ਹੈ। ਰੋਗਿੰਦਰ ਨੇ ਅੱਜ ਪੜ੍ਹਿਆ ਕਿ ਕਾਰਬਨ ਇੱਕ ਅਜਿਹੀ ਧਾਤ ਹੈ ਜੋ ਵੱਖ-ਵੱਖ ਭਿੰਨ ਰੂਪਾਂ ਵਿੱਚ ਮਿਲਦੀ ਹੈ। ਕਾਰਬਨ ਦਾ ਕਿਹੜਾ ਰੂਪ ਸਭ ਤੋਂ ਕਠੋਰ ਪ੍ਰਾਕ੍ਰਿਤਿਕ ਵਸਤੂ ਹੈ? ਗ੍ਰੇਫਾਈਟ, ਬਿਕਮਿੰਸਟਰ, ਫਲੋਰੀਨਸ, ਹੀਰਾ। ਉਕਤ ਵਿੱਚੋਂ ਕੋਈ ਨਹੀਂ। ਕਿਹੜੀ ਹੈ ਬੇਟਾ ਸਭ ਤੋਂ ਕਠੋਰ ਵਸਤੂ? ਹੀਰਾ। ਹੀਰਾ ਕਾਰਬਨ ਦਾ ਰੂਪ ਹੈ ਜਿਹੜਾ ਸਭ ਤੋਂ ਜ਼ਿਆਦਾ ਕਠੋਰ ਹੈ। ਸਾਇੰਸ ਲੈਬ ਦੀ ਸਫਾਈ ਕਰਦਿਆਂ ਜੀਵਨ ਜੋਤ ਨੇ ਵੇਖਿਆ ਕਿ ਇੱਕ ਧਾਤ ਨੂੰ ਕੈਰੋਸੀਨ ਮਤਲਬ ਮਿੱਟੀ ਦਾ ਤੇਲ ਵਿੱਚ ਰੱਖਿਆ ਹੋਇਆ ਹੈ। ਅਧਿਆਪਕ ਕੋਲੋਂ ਪੁੱਛਣ 'ਤੇ ਉਸ ਨੂੰ ਪਤਾ ਲੱਗਿਆ ਕਿ ਇਹ ਧਾਤ ਹਵਾ ਨਾਲ ਕਿਰਿਆ ਕਰ ਸਕਦੀ ਹੈ। ਇਹ ਧਾਤ ਕਿਹੜੀ ਹੈ? ਜ਼ਿੰਕ, ਤਾਂਬਾ, ਪਾਰਾ, ਸੋਡੀਅਮ। ਕਿਹੜੀ ਧਾਤ ਆ ਬੇਟਾ ਇਹ? ਸੋਡੀਅਮ। ਸੋਡੀਅਮ ਅਤੇ ਪੋਟਾਸ਼ੀਅਮ ਦੋ ਧਾਤਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਕਿਰਿਆਸ਼ੀਲ ਨੇ, ਅਤੇ ਸੋਡੀਅਮ ਜ਼ਿਆਦਾ ਕਿਰਿਆਸ਼ੀਲ ਹੋਣ ਕਰਕੇ ਇਸ ਨੂੰ ਕੈਰੋਸੀਨ ਜਾਂ ਮਿੱਟੀ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ। ਜਤਿੰਦਰ ਨੇ ਨੋਟ ਕੀਤਾ ਕਿ ਉਸਦੀ ਸਾਈਕਲ ਦੇ ਸਟੈਂਡ ਜੋ ਕਿ ਲੋਹੇ ਦਾ ਬਣਿਆ ਹੈ ਉੱਤੇ ਭੂਰੇ ਰੰਗ ਦੀ ਭੁਰਭੁਰੀ ਪਰਤ ਚੜ੍ਹ ਗਈ ਹੈ। ਇਸ ਪਰਤ ਨੂੰ ਕੀ ਆਖਦੇ ਹਨ? ਜੰਗ, ਮਿਸ਼ਰ ਧਾਤ, ਪਾਰਾ ਧਾਤ ਮਿਸ਼ਰਣ। ਉਪਰੋਕਤ ਵਿੱਚੋਂ ਕੋਈ ਨਹੀਂ। ਕੀ ਆਖਦੇ ਨੇ ਬੇਟਾ ਇਹਨੂੰ? ਜੰਗ ਲੱਗਣਾ। ਇਹ ਆਪਣੇ ਅਕਸਰ ਹੀ ਜਿਹੜੇ ਲੋਹੇ ਦੇ ਆਪਣੇ ਸੰਦ ਹੁੰਦੇ ਨੇ ਜਾਂ ਲੋਹੇ ਦੀ ਕੋਈ ਵਸਤੂ ਹੈ ਜੋ ਹਵਾ ਅਤੇ ਪਾਣੀ ਦੇ ਸੰਪਰਕ ਦੇ ਵਿੱਚ ਜ਼ਿਆਦਾ ਟਾਈਮ ਤੱਕ ਪਈ ਰਹੇ ਤਾਂ ਉਹਦੇ 'ਤੇ ਭੂਰੇ ਰੰਗ ਦੀ ਪਰਤ ਲੱਗ ਜਾਂਦੀ, ਉਹਨੂੰ ਆਪਾਂ ਜੰਗ ਲੱਗਣਾ ਕਹਿੰਦੇ ਹਾਂ, ਠੀਕ ਹੈ ਬੇਟਾ। ਨਤਾਲਿਆ ਨੇ ਬਿਜਲੀ ਉਪਕਰਨਾਂ ਦੀ ਦੁਕਾਨ ਵਿੱਚ ਮਿਸਤਰੀ ਨੂੰ ਦੋ ਬਿਜਲੀ ਦੀਆਂ ਤਾਰਾਂ ਨੂੰ ਜੋੜਨ ਲਈ ਇੱਕ ਮਿਸ਼ਰ ਧਾਤ ਦਾ ਉਪਯੋਗ ਕਰਦੇ ਹੋਏ ਵੇਖਿਆ। ਇਸ ਮਿਸ਼ਰ ਧਾਤ ਨੂੰ ਕੀ ਕਿਹਾ ਜਾਂਦਾ ਹੈ? ਅਮਲਗਮ, ਸੋਲਡਰ, ਪਿੱਤਲ। ਉਪਰੋਕਤ ਵਿੱਚੋਂ ਕੋਈ ਨਹੀਂ। ਇਹ ਵੀ ਇੰਪੋਰਟੈਂਟ ਆ ਬੇਟਾ। ਜਿਹੜੀ ਦੋ ਤਾਰਾਂ ਨੂੰ ਜੋੜਨ ਲਈ ਵਰਤੀ ਜਾਂਦੀ ਹੈ ਉਹ ਕਿਹੜੀ ਹੈ? ਮਿਸ਼ਰ ਧਾਤ, ਸੋਲਡਰ, ਠੀਕ ਹੈ ਬੇਟਾ। ਗੁਰਪ੍ਰੀਤ ਨੂੰ ਅੱਜ ਕਲਾਸ ਵਿੱਚ ਪਤਾ ਲੱਗਾ ਕਿ ਸ਼ੁੱਧ ਸੋਨਾ ਬਹੁਤ ਨਰਮ ਹੁੰਦਾ ਹੈ, ਇਸ ਨਾਲ ਗਹਿਣੇ ਨਹੀਂ ਬਣਾਏ ਜਾ ਸਕਦੇ। ਸ਼ੁੱਧ ਸੋਨਾ ਕਿੰਨੇ ਕੈਰਟ ਦਾ ਹੁੰਦਾ ਹੈ? ਜਿਹੜਾ ਸ਼ੁੱਧ ਸੋਨਾ ਹੁੰਦਾ ਬੇਟਾ ਉਹ 24 ਕੈਰਟ ਦਾ ਹੁੰਦਾ ਹੈ। ਅਤੇ ਇਹਦੇ
ਨਰਮ ਹੋਣ ਕਰਕੇ ਇਹਦੇ ਗਹਿਣੇ ਨਹੀਂ ਬਣਾਏ ਜਾ ਸਕਦੇ, ਇਸ ਕਰਕੇ ਇਹਦੇ ਵਿੱਚ ਚਾਂਦੀ ਮਿਲਾਈ ਜਾਂਦੀ ਆ, ਫਿਰ ਇਹਦੇ ਗਹਿਣੇ ਬਣਦੇ ਨੇ। ਅੱਜ ਅਧਿਆਪਕ ਨੇ ਜਮਾਤ ਵਿੱਚ ਇੱਕ ਅਜਿਹੀ ਧਾਤ ਬਾਰੇ ਦੱਸਿਆ ਜੋ ਕਮਰੇ ਦੇ ਤਾਪ 'ਤੇ ਦਰਵ ਅਵਸਥਾ ਵਿੱਚ ਹੁੰਦੀ ਹੈ। ਉਸ ਧਾਤ ਦਾ ਕੀ ਨਾਮ ਹੈ? ਲੋਹਾ, ਤਾਂਬਾ, ਜ਼ਿੰਕ, ਪਾਰਾ। ਕੀ ਨਾਮ ਹੈ ਬੇਟਾ? ਪਾਰਾ, ਜਾਂ ਇਹਨੂੰ ਬੇਟਾ ਮਰਕਰੀ ਵੀ ਕਹਿੰਦੇ ਨੇ, ਮਰਕਰੀ ਵੀ ਲਿਖਿਆ ਹੁੰਦਾ, ਠੀਕ ਹੈ। ਧਾਤ ਜਿਹੜੀ ਤਰਲ ਅਵਸਥਾ ਦੇ ਵਿੱਚ ਆ ਉਹ ਮਰਕਰੀ ਜਾਂ ਪਾਰਾ ਹੈ। ਜੇ ਆਪਾਂ ਨੂੰ ਅਧਾਤ ਪੁੱਛ ਲੈਣ ਵੀ, ਜਿਹੜੀ ਤਰਲ ਅਵਸਥਾ ਵਿੱਚ ਅਧਾਤ ਪੁੱਛ ਲੈਣ ਤਰਲ ਅਵਸਥਾ ਦੇ ਵਿੱਚ, ਫਿਰ ਆਪਾਂ ਕੀ ਲਿਖਾਂਗੇ? ਬ੍ਰੋਮੀਨ। ਇਹ ਵੀ ਆਪਣੀ ਕਾਪੀ 'ਤੇ ਨੋਟ ਕਰ ਲਓ। ਫਿਰ ਆਪਾਂ ਕਿਹੜੀ ਅਧਾਤ ਲਿਖਾਂਗੇ ਬੇਟਾ? ਬ੍ਰੋਮੀਨ ਲਿਖਾਂਗੇ, ਠੀਕ ਹੈ। ਅਧਾਤਾਂ ਦੇ ਆਕਸਾਈਡ ਪਾਣੀ ਵਿੱਚ ਘੁਲ ਕੇ ਕਿਸ ਕਿਸਮ ਦੇ ਘੋਲ ਬਣਾਉਂਦੇ ਹਨ? ਕਿਸ ਕਿਸਮ ਦੇ ਘੋਲ ਬਣਾਉਂਦੇ ਹਨ ਬੇਟਾ? ਜ਼ਿਆਦਾਤਰ ਤੇਜ਼ਾਬੀ ਘੋਲ ਬਣਾਉਂਦੇ ਹਨ। ਅਤੇ ਧਾਤਾਂ ਦੇ ਆਕਸਾਈਡ ਜੇ ਆਪਾਂ ਨੂੰ ਪੁੱਛ ਲੈਣ, ਧਾਤਾਂ ਦੇ ਆਕਸਾਈਡ ਕਿਸ ਕਿਸਮ ਦੇ ਬਣਾਉਂਦੇ ਹਨ? ਖਾਰੀ। ਵਿਵੇਕ ਨੇ ਪਾਣੀ ਅਤੇ ਧਾਤ ਦੀ ਆਪਸ ਵਿੱਚ ਕਿਰਿਆ ਕਰਵਾਈ। ਅਧਿਆਪਕ ਨੇ ਕਿਰਿਆ ਦੌਰਾਨ ਪੈਦਾ ਹੋਈ ਗੈਸ ਦਾ ਗੁਣ ਦੱਸਦਿਆਂ ਕਿਹਾ ਕਿ ਬਲਦੀ ਹੋਈ ਮੋਮਬੱਤੀ ਨੇੜੇ ਲਿਆਉਣ 'ਤੇ ਇਹ ਪੌਪ ਦੀ ਧੁਨੀ ਪੈਦਾ ਕਰਦੀ ਹੈ। ਗੈਸ ਦਾ ਨਾਂ ਦੱਸੋ। ਇਹ ਵੀ ਆਪਾਂ ਐਕਸਪੈਰੀਮੈਂਟ ਕਰਦੇ ਹਾਂ ਬੇਟਾ। ਕਿਹੜੀ ਧੁਨੀ ਹੁੰਦੀ ਹੈ ਜਿਹੜੀ ਪੌਪ ਦੀ ਆਵਾਜ਼ ਨਾਲ ਧੁਨੀ ਪੌਪ ਦੀ ਪੈਦਾ ਕਰਦੀ ਹੈ? ਕਿਹੜੀ ਗੈਸ ਹੁੰਦੀ ਹੈ ਬੇਟਾ? ਉਹ ਹਾਈਡਰੋਜਨ ਗੈਸ। ਅਗਲਾ ਚੈਪਟਰ ਕਾਬੂ ਅਤੇ ਤਾਲਮੇਲ, ਇਹ ਆਪਣੇ ਸਿਲੇਬਸ ਦੇ ਵਿੱਚੋਂ ਕੱਟ ਦਿੱਤਾ ਗਿਆ, ਦੀ ਵਰਕਸ਼ੀਟ ਆਪਾਂ ਨਹੀਂ ਕਰਾਂਗੇ। ਉਦੋਂ ਅਗਲਾ ਚੈਪਟਰ ਦੇਖੋ ਬੇਟਾ, ਅਨੁਵਾਂਸ਼ਿਕਤਾ ਅਤੇ ਜੀਵ ਵਿਕਾਸ ਚੈਪਟਰ, ਇਹਦੇ ਵਿੱਚ ਵਰਕਸ਼ੀਟ ਹੈ। ਜੇਕਰ ਕੋਈ ਮਰਿਆ ਕੀਟ ਗਰਮ ਮਿੱਟੀ ਵਿੱਚ ਸੁੱਕ ਕੇ ਕਠੋਰ ਹੋ ਜਾਵੇ ਤਾਂ ਅਤੇ ਉਸ ਮਿੱਟੀ ਵਿੱਚ ਕੀਟ ਦੇ ਸਰੀਰ ਦੀ ਛਾਪ ਸੁਰੱਖਿਅਤ ਰਹਿ ਜਾਵੇ ਤਾਂ ਇਸ ਤਰ੍ਹਾਂ ਦੇ ਸੁਰੱਖਿਅਤ ਅਵਸ਼ੇਸ਼ਾਂ ਨੂੰ ਕੀ ਆਖਦੇ ਹਨ? ਵਿਕਾਸ, ਸਪੀਸੀਏਸ਼ਨ, ਪਥਰਾਟ। ਉਪਰੋਕਤ ਵਿੱਚੋਂ ਕੋਈ ਨਹੀਂ। ਕੀ ਆਖਦੇ ਹਨ ਬੇਟਾ? ਉਹਨਾਂ ਨੂੰ ਪਥਰਾਟ ਆਖਦੇ ਹਨ। ਕੁਦਰਤੀ ਚੋਣ ਦੁਆਰਾ ਜੀਵ ਵਿਕਾਸ ਸਿਧਾਂਤ ਕਿਸ ਵਿਗਿਆਨੀ ਨੇ ਦਿੱਤਾ? ਬਹੁਤ ਇੰਪੋਰਟੈਂਟ ਹੈ। ਕਿਸ ਵਿਗਿਆਨੀ ਨੇ ਦਿੱਤਾ ਬੇਟਾ? ਚਾਰਲਸ ਡਾਰਵਿਨ ਨੇ ਦਿੱਤਾ ਜੀਵ ਵਿਕਾਸ ਦਾ ਸਿਧਾਂਤ। ਅਤੇ ਮੈਂਡਲਾ ਜਿਹੜਾ, ਉਹਨੂੰ ਅਨੁਵਾਂਸ਼ਿਕਤਾ ਦਾ ਪਿਤਾਮਾ ਕਿਹਾ ਜਾਂਦਾ ਹੈ, ਠੀਕ ਹੈ ਬੇਟਾ। ਹੇਠ ਲਿਖਿਆਂ ਵਿੱਚੋਂ ਸਮਜਾਤ ਅੰਗਾਂ ਦਾ ਜੋੜਾ ਚੁਣੋ। ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ, ਸਾਡੇ ਦੰਦ, ਹਾਥੀ ਦੇ ਦੰਦ, ਆਲੂ ਅਤੇ ਘਾਹ ਦੀਆਂ ਤਿੜਾਂ। ਉਪਰੋਕਤ ਸਾਰੇ ਹੀ ਸਮਜਾਤ ਅੰਗ ਹਨ, ਠੀਕ ਹੈ ਬੇਟਾ। ਇੱਕ ਜੀਨ ਨਾਲ ਸੰਬੰਧਿਤ ਅਨੁਵੰਸ਼ਿਕਤਾ ਲਈ ਮੈਂਡਲ ਦਾ ਅਨੁਪਾਤ ਕੀ ਹੈ? ਇੱਕ ਜੀਨ ਨਾਲ ਸੰਬੰਧਿਤ ਮੈਂਡਲ ਦਾ ਅਨੁਪਾਤ ਕੀ ਸੀ ਬੇਟਾ? 3:1। ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 1 ਟਨ ਕਾਗਜ਼ ਬਣਾਉਣ ਦੇ ਲਈ 17 ਵਿਕਸਿਤ ਰੁੱਖਾਂ ਦੀ ਲੋੜ ਪੈਂਦੀ ਹੈ। ਸਾਨੂੰ ਰੁੱਖਾਂ ਨੂੰ ਬਚਾਉਣ ਲਈ ਹੇਠ ਲਿਖਿਆਂ ਵਿੱਚੋਂ ਕੀ ਕਰਨਾ ਚਾਹੀਦਾ ਹੈ? ਕੀ ਕਰਨਾ ਚਾਹੀਦਾ ਬੇਟਾ? ਕਾਗਜ਼ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ, ਬਿਲਕੁਲ ਸਹੀ। ਸਖਤ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ। ਕਾਗਜ਼ ਦਾ ਪੁਨਰ ਚੱਕਰ ਕਰਨਾ ਚਾਹੀਦਾ, ਮਤਲਬ ਦੁਬਾਰਾ ਵਰਤਣਾ ਚਾਹੀਦਾ ਉਹਨੂੰ, ਇੱਕ ਵਾਰੀ ਵਰਤ ਕੇ। ਮਤਲਬ ਉਪਰੋਕਤ ਸਾਰੇ ਕੰਮ ਆਪਾਂ ਨੂੰ ਕਰਨੇ ਚਾਹੀਦੇ ਹਨ। ਇਹ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਸੁਰਿੰਦਰ ਦੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਸਾਰੇ ਰੁੱਖ ਕੱਟ ਦਿੱਤੇ ਜਾਣ ਤਾਂ ਕੀ ਹੋਏਗਾ? ਆਕਸੀਜਨ ਦੀ ਮਾਤਰਾ ਵਿੱਚ ਵਾਧਾ ਹੋ ਜਾਏਗਾ। ਗਲਤ ਹੈ। ਆਕਸੀਜਨ ਦੀ ਮਾਤਰਾ ਤਾਂ ਘੱਟ ਜੂਗਾ ਕਿਉਂਕਿ ਰੁੱਖ ਕੱਟੇ ਗਏ। ਤਾਪਮਾਨ ਵਿੱਚ ਕਮੀ ਹੋ ਜਾਏਗੀ, ਇਹ ਵੀ ਗਲਤ ਹੈ। ਹਰਿਆਲੀ ਵਿੱਚ ਵਾਧਾ, ਇਹ ਵੀ ਗਲਤ ਹੈ ਕਿਉਂਕਿ ਜੇ ਰੁੱਖ ਹੀ ਕੱਟਦੇ ਤਾਂ ਹਰਿਆਲੀ ਕਾਹਦੇ ਨਾਲ ਹੋਊਗੀ? ਕੀ ਹੋਏਗਾ ਸਹੀ ਆਪਸ਼ਨ ਬੇਟਾ? ਤਾਪਮਾਨ ਦੇ ਵਿੱਚ ਵਾਧਾ ਹੋ ਜਾਏਗਾ, ਪ੍ਰਦੂਸ਼ਣ ਹੋ ਜਾਏਗਾ, ਹੜ੍ਹ, ਸੋਕਾ ਜਿਹੀਆਂ ਸਥਿਤੀਆਂ ਪੈਦਾ ਹੋ ਜਾਣਗੀਆਂ। ਹੇਠ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਹਰਾ ਗ੍ਰਹਿ ਪ੍ਰਭਾਵ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ? ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ। ਕਿਹੜੀ ਜ਼ਿੰਮੇਵਾਰ ਆ ਬੇਟਾ? ਆਪਾਂ ਕਰਦੇ ਹਾਂ, ਬਹੁਤ ਵਾਰ ਕਰ ਚੁੱਕੀ ਹਾਂ। ਕਿਹੜੀ ਗੈਸ ਹੈ ਹਰਾ ਗ੍ਰਹਿ ਪ੍ਰਭਾਵ ਲਈ ਜ਼ਿੰਮੇਵਾਰ? ਕਾਰਬਨ ਡਾਈਆਕਸਾਈਡ। ਮਾਤਾ ਪਿਤਾ ਤੋਂ ਬੱਚਿਆਂ ਤੱਕ ਗੁਣਾਂ ਦਾ ਸੰਚਾਰ ਕੀ ਅਖਵਾਉਂਦਾ ਹੈ? ਅਨੁਵੰਸ਼ਿਕਤਾ, ਜੀਵ ਵਿਕਾਸ, ਪ੍ਰਜਨਨ। ਇਹਨਾਂ ਵਿੱਚੋਂ ਕੋਈ ਨਹੀਂ। ਕੀ ਅਖਵਾਉਂਦਾ ਬੇਟਾ? ਮਾਤਾ ਪਿਤਾ ਤੋਂ ਬੱਚਿਆਂ ਤੱਕ ਜਿਹੜੇ ਗੁਣ ਆ ਜਾਂਦੇ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ? ਹੈਰੀਡਿਟੀ ਔਰ ਅਨੁਵੰਸ਼ਿਕਤਾ। ਕਿਸੇ ਜੀਵ ਦੇ ਦਿਖਾਈ ਦੇਣ ਵਾਲੇ ਗੁਣਾਂ ਨੂੰ ਕੀ ਕਿਹਾ ਜਾਂਦਾ ਹੈ? ਪ੍ਰੋਟੋਟਾਈਪ, ਸਟੀਰੀਓਟਾਈਪ, ਫਿਨੋਟਾਈਪ, ਜੀਨੋਟਾਈਪ। ਕੀ ਕਿਹਾ ਜਾਂਦਾ ਬੇਟਾ ਉਹਨਾਂ ਨੂੰ? ਜੀਨੋਟਾਈਪ। ਇਹਨਾਂ ਵਿੱਚੋਂ ਕਿਹੜਾ ਗੁਣ ਮਾਤਾ ਪਿਤਾ ਤੋਂ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚਦਾ? ਵਿਭਾਜਿਤ ਠੋਡੀ, ਤਿੱਖੀ ਠੋਡੀ, ਕਿਸੇ ਚੋਟ ਦੇ ਨਿਸ਼ਾਨ ਵਾਲੀ ਠੋਡੀ, ਚੌੜੀ ਠੋਡੀ। ਕਿਹੜਾ ਨਹੀਂ ਪਹੁੰਚਦਾ ਬੇਟਾ? ਜੇ ਕੋਈ ਚੋਟ ਦਾ ਨਿਸ਼ਾਨ ਹੈ ਉਹ ਨਿਸ਼ਾਨ ਵਾਲੀ ਠੋਡੀ ਹੈ ਜਿਹੜੀ, ਉਹ ਗੁਣ ਆ ਜਿਹੜਾ ਉਹ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚੇਗਾ। ਗੰਗਾ ਸਫਾਈ ਯੋਜਨਾ ਕਿਸ ਸਾਲ ਵਿੱਚ ਆਰੰਭ ਕੀਤੀ ਗਈ ਸੀ? ਕਿਸ ਸਾਲ ਵਿੱਚ ਕੀਤੀ ਗਈ ਸੀ ਬੇਟਾ? 1985 ਦੇ ਵਿੱਚ। ਉਦੋਂ ਆਰੰਭ ਕੀਤੀ ਗਈ ਸੀ ਜਦੋਂ ਗੰਗਾ ਦਾ
ਪਾਣੀ ਦਾ ਜਿਹੜਾ ਪ੍ਰਦੂਸ਼ਣ ਆ ਬਹੁਤ ਜ਼ਿਆਦਾ ਵੱਧ ਗਿਆ ਸੀ। ਲੋਕ ਆ ਜਿਹੜੇ ਉਹਦੇ ਵਿੱਚ ਨਹਾਉਣ ਲੱਗ ਗਏ ਸੀ, ਮਤਲਬ ਫੈਕਟਰੀਆਂ ਉਦਯੋਗਾਂ ਵਿੱਚੋਂ ਨਿਕਲਿਆ ਹੋਇਆ ਹਾਨੀਕਾਰਕ ਵਿਸ਼ੈਲੇ ਪਦਾਰਥ ਉਹਦੇ ਵਿੱਚ ਸੁੱਟਣ ਲੱਗ ਗਏ ਸੀ। ਠੀਕ ਹੈ, ਮਤਲਬ ਗੰਗਾ ਦਾ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਣ ਲੱਗਾ ਸੀ। ਉਸ ਕਰਕੇ ਐਕਟ ਇਹਦੇ ਵਿੱਚ ਸਫਾਈ ਯੋਜਨਾ ਇਹਨੂੰ ਸ਼ੁਰੂ ਕੀਤੀ ਗਈ ਸੀ 1985 ਦੇ ਵਿੱਚ। ਅਗਲਾ ਚੈਪਟਰ ਬੇਟਾ ਆਪਣਾ ਉਹਦੀ ਵਰਕਸ਼ੀਟ ਹੈ ਬਿਜਲੀ ਚੈਪਟਰ ਦੀ। ਦੀਪਕ ਨੇ ਅੱਜ ਕਲਾਸ ਵਿੱਚ ਪੜ੍ਹਿਆ ਕਿ ਬਿਜਲੀ ਚਾਰਜ ਦੇ ਪ੍ਰਵਾਹ ਦੀ ਦਰ ਨੂੰ ਬਿਜਲੀ ਧਾਰਾ ਕਹਿੰਦੇ ਨੇ। ਬਿਜਲੀ ਧਾਰਾ ਦੀ SI ਇਕਾਈ ਕੀ ਹੈ? ਇੰਪੋਰਟੈਂਟ ਹੈ। ਬਿਜਲੀ ਧਾਰਾ ਦੀ SI ਕੀ ਹੈ ਬੇਟਾ? ਐਂਪੀਅਰ ਹੈ। ਅਤੇ ਜਿਹੜੀ ਵੋਲਟ ਹੈ ਉਹ ਕਿਹਦੀ SI ਇਕਾਈ ਆ? ਪੋਟੈਂਸ਼ੀਅਲ ਅੰਤਰ ਦੀ। ਅਤੇ ਜੂਲ ਆ ਜਿਹੜੀ ਉਹ ਕਿਹਦੀ ਇਕਾਈ ਹੈ ਬੇਟਾ? ਵਰਕ ਡਨ ਦੀ, ਜਾਂ ਆਪਾਂ ਕਹਾਂਗੇ ਕਾਰਜ ਦੀ। ਵਰਕ ਡਨ ਦੀ ਜਾਂ ਕਾਰਜ ਦੀ ਇਕਾਈ ਕੀ ਹੈ? ਜੂਲ ਹੈ। ਪ੍ਰੇਮ ਸੋਚਦਾ ਹੈ ਕਿ ਬਿਜਲੀ ਦੀਆਂ ਤਾਰਾਂ ਆਮ ਤੌਰ 'ਤੇ ਤਾਂਬੇ ਦੀਆਂ ਕਿਉਂ ਹੁੰਦੀਆਂ ਹਨ? ਅਜਿਹਾ ਕਿਸ ਕਾਰਨ ਹੁੰਦਾ ਹੈ? ਤਾਂਬੇ ਦੀ ਪ੍ਰਤੀਰੋਧਕਤਾ ਜ਼ਿਆਦਾ ਹੁੰਦੀ ਹੈ, ਤਾਂਬੇ ਦੀ ਪ੍ਰਤੀਰੋਧਕਤਾ ਘੱਟ ਹੁੰਦੀ ਹੈ, ਤਾਂਬੇ ਦੀ ਤਾਰ ਤੋਂ ਬਿਜਲੀ ਦਾ ਝਟਕਾ ਨਹੀਂ ਲੱਗਦਾ। ਉਪਰੋਕਤ ਸਾਰੇ ਕਿਉਂ ਹੁੰਦੀ ਹੈ ਬੇਟਾ? ਤਾਂਬੇ ਦੀਆਂ ਤਾਰਾਂ ਉਹਨਾਂ ਦੀ ਪ੍ਰਤੀਰੋਧਕਤਾ ਘੱਟ ਹੁੰਦੀ ਹੈ, ਇਸ ਕਰਕੇ ਉਹ ਚੰਗੀਆਂ ਚਾਲਕ ਹੁੰਦੀਆਂ ਹਨ। ਠੀਕ ਹੈ, ਉਸ ਕਰਕੇ ਬਿਜਲੀ ਦੀਆਂ ਤਾਰਾਂ ਆਮ ਤੌਰ 'ਤੇ ਤਾਂਬੇ ਦੀਆਂ ਹੁੰਦੀਆਂ। ਇੱਕ ਕਿਰਿਆ ਦੌਰਾਨ ਸੁਮਨ ਨੇ ਅੱਜ ਬਲਬ ਦੇ ਫਿਲਾਮੈਂਟ ਬਾਰੇ ਜਾਣਿਆ ਕਿ ਇਸ ਦੀ ਪ੍ਰਤੀਰੋਧਕਤਾ ਬਹੁਤ ਅਧਿਕ ਅਤੇ ਇਸ ਦਾ ਪਿਘਲਾਓ ਦਰਜਾ ਬਹੁਤ ਅਧਿਕ ਹੁੰਦਾ ਹੈ। ਬਲਬ ਦਾ ਫਿਲਾਮੈਂਟ ਕਿਸ ਪਦਾਰਥ ਦਾ ਬਣਿਆ ਹੁੰਦਾ ਹੈ? ਤਾਂਬਾ, ਚਾਂਦੀ, ਲੋਹਾ, ਟੰਗਸਟਨ। ਕਿਹਦਾ ਬਣਿਆ ਹੁੰਦਾ ਬੇਟਾ? ਸਭ ਨੂੰ ਪਤਾ ਹੋਣਾ ਇਹ ਬਲਬ ਦਾ ਫਿਲਾਮੈਂਟ ਆ ਉਹ ਕਿਹਦਾ ਬਣਿਆ ਹੁੰਦਾ? ਟੰਗਸਟਨ ਦਾ। ਓਮ ਦੇ ਨਿਯਮ ਦੀ ਕਿਰਿਆ ਕਰਾਉਂਦੇ ਸਮੇਂ ਅਧਿਆਪਕ ਨੇ ਹੇਠਾਂ ਵਿਖਾਏ ਇੱਕ ਯੰਤਰ ਦਾ ਪ੍ਰਯੋਗ ਕੀਤਾ। ਚਿੱਤਰ ਵੇਖ ਕੇ ਯੰਤਰ ਨੂੰ ਪਛਾਣੋ। ਠੀਕ ਹੈ ਬੇਟਾ, ਵੈਸੇ ਯੰਤਰ ਆ ਜਿਹੜਾ ਆਪਾਂ ਨੂੰ ਸਹੀ ਤਰ੍ਹਾਂ ਡਾਇਗਰਾਮ ਕਲੀਅਰ ਕੱਟ ਨਹੀਂ ਦਿਸ ਰਹੀ। ਠੀਕ ਹੈ, ਇਹਦਾ ਤੁਸੀਂ ਐਮੀਟਰ ਲਾ ਲਓ। ਇਹ ਕੁਛ ਵੀ ਹੋ ਸਕਦਾ, ਜਾਂ ਕੁੰਜੀ ਜਾਂ ਸਵਿਚ ਪਲੱਗ ਵੀ ਇਹ ਹੋ ਸਕਦਾ। ਡਾਇਗਰਾਮ ਕਲੀਅਰਟੀ ਵਿੱਚ ਨਹੀਂ ਹੈ। ਠੀਕ ਹੈ ਬੇਟਾ, ਅਗਰ ਐਮੀਟਰ ਜਾਂ ਵੋਲਟ ਮੀਟਰ ਦੀ ਇਹ ਡਾਇਗਰਾਮ ਹੋਵੇ ਤਾਂ ਐਮੀਟਰ 'ਤੇ A ਲਿਖਿਆ ਹੁੰਦਾ ਵਿਚਕਾਰ, ਅਤੇ ਵੋਲਟ ਮੀਟਰ 'ਤੇ V ਲਿਖਿਆ ਹੁੰਦਾ। ਤੁਹਾਨੂੰ ਪਛਾਣ ਦੇ ਵਿੱਚ ਆ ਜਾਏਗਾ, ਜੇ V ਲਿਖਿਆ ਤਾਂ ਵੋਲਟ ਮੀਟਰ, ਜੇ A ਲਿਖਿਆ ਤਾਂ ਐਮੀਟਰ। ਅਧਿਆਪਕ ਨੇ ਅੱਜ ਕਲਾਸ ਵਿੱਚ ਦੱਸਿਆ ਕਿ ਬਿਜਲੀ ਧਾਰਾ ਦੇ ਤਾਪਣ ਪ੍ਰਭਾਵ ਦੇ ਬਹੁਤ ਸਾਰੇ ਪ੍ਰਯੋਗ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਉਪਕਰਨ ਬਿਜਲੀ ਧਾਰਾ ਦੇ ਤਾਪਣ ਪ੍ਰਭਾਵ 'ਤੇ ਕੰਮ ਕਰਦਾ ਹੈ? ਮਤਲਬ ਬਿਜਲੀ ਧਾਰਾ ਆਪਾਂ ਦਿੱਤੀ, ਉਹ ਤਾਪ ਪੈਦਾ ਕਰਦਾ। ਕਿਹੜਾ ਕਰਦਾ? ਬਿਜਲੀ ਪ੍ਰੈਸ ਵੀ ਕਰਦੀ ਹੈ, ਬਿਜਲੀ ਟੋਸਟਰ ਵੀ, ਬਿਜਲੀ ਹੀਟਰ ਵੀ। ਉਪਰੋਕਤ ਸਾਰੇ ਬਿਜਲੀ ਧਾਰਾ ਦੇ ਤਾਪਣ ਪ੍ਰਭਾਵ 'ਤੇ ਕੰਮ ਕਰਦੇ ਹਨ। ਗੁਰਸ਼ਰਨ ਦੇ ਪਿਤਾ ਜੀ ਅੱਜ ਇੱਕ ਬਿਜਲੀ ਮੋਟਰ ਖਰੀਦ ਕੇ ਲਿਆਏ ਹਨ। ਮੋਟਰ ਦੇ ਬਕਸੇ 'ਤੇ 220 ਵੋਲਟ ਅਤੇ 5 ਐਂਪੀਅਰ ਲਿਖਿਆ ਹੋਇਆ। ਮੋਟਰ ਦੀ ਸ਼ਕਤੀ ਕਿੰਨੀ ਹੈ? ਪਾਵਰ, ਮੋਟਰ ਦੀ ਸ਼ਕਤੀ ਪਾਵਰ ਆਪਾਂ ਨੂੰ ਪੁੱਛੀ ਆ। ਪਾਵਰ = VI ਹੁੰਦਾ ਹੈ, P = VI ਹੁੰਦਾ ਹੈ। B ਮਤਲਬ ਪੋਟੈਂਸ਼ੀਅਲ ਅੰਤਰ ਜਾਂ ਵੋਲਟੇਜ, I ਮਤਲਬ ਕਰੰਟ ਜਾਂ ਬਿਜਲੀ ਧਾਰਾ। ਵੀ ਆਪਾਂ ਨੂੰ 200 ਦਿੱਤੀ ਹੈ, ਕਰੰਟ ਆਪਾਂ ਨੂੰ 5 ਐਂਪੀਅਰ ਦਿੱਤਾ ਹੈ। ਕਰ ਦਿਓ ਗੁਣਾ, 220 ਦਿੱਤੀ ਹੈ ਸੌਰੀ, ਤਾਂ ਗੁਣਾ ਕਰ ਦਾਂਗੇ ਆਪਾਂ, ਕਿੰਨਾ ਬਣ ਜਾਏਗਾ ਬੇਟਾ? ਇਹ 1100 ਵਾਟ। ਜਿਹੜੀ ਪਾਵਰ ਹੈ ਉਹ ਕਿੰਨੀ ਹੈ? 1100 ਵਾਟ ਹੈ। ਮਤਲਬ ਮੋਟਰ ਦੀ ਸ਼ਕਤੀ ਕਿੰਨੀ ਹੈ ਬੇਟਾ? 1100 ਵਾਟ। ਠੀਕ ਹੈ। ਪ੍ਰਤੀਰੋਧ R ਦੇ ਕਿਸੇ ਤਾਰ ਦੇ ਟੁਕੜੇ ਨੂੰ 2 ਬਰਾਬਰ ਭਾਗਾਂ ਵਿੱਚ ਵੰਡ ਕੇ ਸਮਾਂਤਰ ਕ੍ਰਮ ਵਿੱਚ ਜੋੜਿਆ ਗਿਆ ਸੰਯੋਜਨ ਦਾ ਤੁੱਲ ਪ੍ਰਤੀਰੋਧ ਹੋਵੇਗਾ। ਕੀ ਹੋਵੇਗਾ? R ਸੀਗੇ, ਉਹਦੇ ਪੂਰੀ ਪ੍ਰਤੀਰੋਧ R ਸੀਗਾ, ਉਹਨੂੰ 2 ਬਰਾਬਰ ਭਾਗਾਂ ਦੇ ਵਿੱਚ ਕੱਟ ਕੇ, ਤਾਰ ਦੇ ਟੁਕੜੇ ਨੂੰ 2 ਬਰਾਬਰ ਭਾਗਾਂ ਦੇ ਵਿੱਚ ਕੱਟ ਕੇ ਸਮਾਂਤਰ ਦੇ ਵਿੱਚ ਜੋੜਿਆ ਗਿਆ। ਠੀਕ ਹੈ ਬੇਟਾ, ਫਿਰ ਆਪਾਂ ਦੱਸਣਾ ਵੀ ਉਹਦਾ ਤੁੱਲ ਪ੍ਰਤੀਰੋਧ ਕਿੰਨਾ ਹੋਏਗਾ। ਕਿੰਨਾ ਹੋਏਗਾ ਬੇਟਾ? 1/R ਤੁੱਲ ਪ੍ਰਤੀਰੋਧ + 1/R ਹੋ ਜਾਏਗਾ। ਮਤਲਬ R ਟੋਟਲ LCM ਲੈ ਲਾਂਗੇ, 1 + 1 2/R। ਇਹ ਆਪਣਾ ਸਮਾਂਤਰ ਦੇ ਵਿੱਚ ਜੋੜਿਆ, ਚਲੋ 1/R ਡੈਸ਼ ਇੱਧਰ ਹੈ, ਤਾਂ R ਡੈਸ਼ ਕਿਹਦੇ ਬਰਾਬਰ ਹੋ ਜਾਊਗਾ? 2/, ਸੌਰੀ, R ਡੈਸ਼ ਹੋ ਜਾਏਗਾ R/2 ਦੇ। ਠੀਕ ਹੈ, ਮਤਲਬ ਅੱਧਾ ਰਹਿ ਜਾਏਗਾ ਪਹਿਲਾਂ ਨੂੰ, R/2 ਆ ਜਾਏਗਾ ਇਹਦਾ। ਸਾਡੇ ਕੋਲ ਨਾਈਕ੍ਰੋਮ ਅਤੇ ਤਾਂਬੇ ਦੀਆਂ ਸਮਾਨ ਲੰਬਾਈ, ਸਮਾਨ ਖੇਤਰਫਲ ਵਾਲੀਆਂ ਤਾਰਾਂ ਹਨ। ਕਿਸ ਤਾਰ ਦਾ ਪ੍ਰਤੀਰੋਧ ਜ਼ਿਆਦਾ ਹੋਏਗਾ? ਪ੍ਰਤੀਰੋਧ ਹੁੰਦਾ ਜਿਹੜਾ R, ਉਹ ਹੁੰਦਾ ρL/A। ਇਹ ਫਾਰਮੂਲਾ ਹੁੰਦਾ, ਇਹਨਾਂ 'ਤੇ ਡਿਪੈਂਡ ਕਰਦਾ ਪ੍ਰਤੀਰੋਧ। ρL/A, L ਮਤਲਬ ਲੈਂਥ ਲੰਬਾਈ, A ਮਤਲਬ ਖੇਤਰਫਲ, ਰੋ ਦਾ ਮਤਲਬ ਹੁੰਦਾ ਪ੍ਰਤੀਰੋਧਕਤਾ। ਇਹ ਪ੍ਰਤੀਰੋਧਕਤਾ ਦੇ ਸਿੱਧਾ ਅਨੁਪਾਤੀ ਹੁੰਦਾ। ਜੇ ਪ੍ਰਤੀਰੋਧਕਤਾ ਜ਼ਿਆਦਾ ਹੋਏਗੀ ਤਾਂ ਰਜਿਸਟੈਂਸ ਪ੍ਰਤੀਰੋਧ ਵੀ ਜ਼ਿਆਦਾ ਹੋਏਗਾ। ਠੀਕ ਹੈ,
ਇਹਨਾਂ ਦੀ ਲੰਬਾਈ ਅਤੇ ਖੇਤਰਫਲ ਤਾਂ ਸਮਾਨ ਆ, ਮਤਲਬ ਇਹ ਸਿੱਧਾ ਹੀ ਪ੍ਰਤੀਰੋਧਕਤਾ 'ਤੇ ਡਿਪੈਂਡ ਕਰਦਾ ਹੈ। ਜੇ ਪ੍ਰਤੀਰੋਧਕਤਾ ਜ਼ਿਆਦਾ ਹੋਊਗੀ ਤਾਂ ਪ੍ਰਤੀਰੋਧ ਵੀ ਜ਼ਿਆਦਾ ਹੋਏਗਾ। ਪ੍ਰਤੀਰੋਧਕਤਾ ਜਿਹੜੀ ਉਹ ਨਾਈਕ੍ਰੋਮ ਦੀ ਤਾਂਬੇ ਨਾਲੋਂ ਜ਼ਿਆਦਾ ਹੈ, ਇਸ ਕਰਕੇ ਪ੍ਰਤੀਰੋਧ ਵੀ ਨਾਈਕ੍ਰੋਮ ਦਾ ਜ਼ਿਆਦਾ ਹੈ। ਠੀਕ ਹੈ ਬੇਟਾ। ਅਗਲੀ ਵਰਕਸ਼ੀਟ ਹੈਗੀ ਆਪਣੀ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਚੈਪਟਰ ਦੀ, ਪਾਠ ਨੰਬਰ 13। ਅਧਿਆਪਕ ਨੇ ਅੱਜ ਕਲਾਸ ਵਿੱਚ ਦੱਸਿਆ ਕਿ ਬਿਜਲੀ ਧਾਰਾ ਦੇ ਕਈ ਪ੍ਰਭਾਵ ਹੁੰਦੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲੀ ਧਾਰਾ ਦਾ ਇੱਕ ਪ੍ਰਭਾਵ ਹੈ? ਤਾਪਣ ਪ੍ਰਭਾਵ ਹੀਟਿੰਗ ਇਫੈਕਟ, ਚੁੰਬਕੀ ਪ੍ਰਭਾਵ ਮੈਗਨੈਟਿਕ ਇਫੈਕਟ, ਰਸਾਇਣਿਕ ਪ੍ਰਭਾਵ ਕੈਮੀਕਲ ਇਫੈਕਟ। ਉਪਰੋਕਤ ਸਾਰੇ ਹੀ ਬਿਜਲੀ ਧਾਰਾ ਦੇ ਪ੍ਰਭਾਵ ਹਨ। ਤਾਪਣ ਪ੍ਰਭਾਵ ਵੀ ਹੈ, ਚੁੰਬਕੀ ਪ੍ਰਭਾਵ ਵੀ ਹੈ ਅਤੇ ਰਸਾਇਣਿਕ ਪ੍ਰਭਾਵ ਵੀ ਹੈ। ਅਸੀਮ ਨੇ ਅੱਜ ਇੱਕ ਕਿਰਿਆ ਦੌਰਾਨ ਵੇਖਿਆ ਕਿ ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਬਲ ਲੱਗਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਯੰਤਰ ਉਪਰੋਕਤ ਸਿਧਾਂਤ 'ਤੇ ਕੰਮ ਕਰਦਾ ਹੈ? ਕਿਹੜਾ ਕਰਦਾ ਬੇਟਾ? ਬਿਜਲੀ ਮੋਟਰ ਕਰਦੀ ਹੈ। ਮਤਲਬ ਕੋਈ ਚਾਲਕ ਚੁੰਬਕੀ ਖੇਤਰ ਵਿੱਚ ਰੱਖਣ 'ਤੇ ਬਲ ਲੱਗਦਾ, ਠੀਕ ਹੈ, ਉਹ ਕੀ ਹੈ? ਮੋਟਰ 'ਤੇ ਸਿਧਾਂਤ, ਉਸ ਸਿਧਾਂਤ 'ਤੇ ਮੋਟਰ ਕੰਮ ਕਰਦੀ ਹੈ। ਚੁੰਬਕੀ ਖੇਤਰ ਵਿੱਚ ਰੱਖੇ ਕਿਸੇ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗਣ ਵਾਲੇ ਬਲ ਦੀ ਦਿਸ਼ਾ ਕਿਸ ਨਿਯਮ ਨਾਲ ਪਤਾ ਕੀਤੀ ਜਾ ਸਕਦੀ ਹੈ? ਕਿਸ ਨਿਯਮ ਨਾਲ ਕੀਤੀ ਜਾ ਸਕਦੀ ਹੈ ਬੇਟਾ? ਫਲੈਮਿੰਗ ਦਾ ਖੱਬਾ ਹੱਥ ਨਿਯਮ। ਪਾਵਰ ਕੱਟ ਦੌਰਾਨ ਸਕੂਲ ਵਿੱਚ ਜਨਰੇਟਰ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸੁਨੀਲ ਜਾਣਨਾ ਚਾਹੁੰਦਾ ਹੈ ਕਿ ਜਨਰੇਟਰ ਕਿਸ ਸਿਧਾਂਤ ਉੱਤੇ ਕੰਮ ਕਰਦਾ ਹੈ? ਹੇਠ ਲਿਖਿਆਂ ਵਿੱਚੋਂ ਸਹੀ ਉੱਤਰ ਚੁਣ ਕੇ ਸੁਨੀਲ ਦੀ ਮਦਦ ਕਰੋ। ਇਹਦਾ ਬਹੁਤ ਆਸਾਨ ਹੈ ਬੇਟਾ। ਜਨਰੇਟਰ ਕਿਸ ਸਿਧਾਂਤ 'ਤੇ ਕੰਮ ਕਰਦਾ ਹੈ? ਬਿਜਲ ਚੁੰਬਕੀ ਪ੍ਰੇਰਣ। ਬਿਜਲ ਚੁੰਬਕੀ ਪ੍ਰੇਰਣ ਦੁਆਰਾ ਕਿਰਿਆ ਦੌਰਾਨ ਸਰਿਤਾ ਨੇ ਅਧਿਆਪਕ ਦੁਆਰਾ ਹੇਠਾਂ ਵਿਖਾਏ ਗਏ ਯੰਤਰ ਦੀ ਵਰਤੋਂ ਕਰਦੇ ਵੇਖਿਆ। ਚਿੱਤਰ ਵੇਖ ਕੇ ਯੰਤਰ ਨੂੰ ਪਛਾਣੋ। ਦੇਖੋ ਬੇਟਾ, ਇਹਦੇ ਵਿੱਚ ਜੀ ਲਿਖਿਆ ਹੋਇਆ ਵਿਚਾਲੇ, ਤਾਂ ਇਸ ਕਰਕੇ ਇਹ ਕਿਹੜਾ ਯੰਤਰ ਹੈ? ਗਲਵਾਨੋਮੀਟਰ ਹੈ, ਜਿਹੜਾ ਆਪਾਂ ਨੂੰ ਦੱਸਦਾ ਵੀ ਜਿਹੜਾ ਸਰਕਟ ਆ ਉਹਦੇ ਵਿੱਚ ਬਿਜਲੀ ਧਾਰਾ ਹੈ ਜਾਂ ਨਹੀਂ। ਠੀਕ ਹੈ। ਜੇਕਰ ਬਿਜਲੀ ਧਾਰਾ ਕੁਝ ਸੈਕਿੰਡ ਵਾਸਤੇ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਗਲਵਾਨੋਮੀਟਰ ਦੀ ਸੂਈ ਹੈ ਜਿਹੜੀ ਉਹਦੇ ਵਿੱਚ ਡਿਫਲੈਕਸ਼ਨ ਹੁੰਦੀ ਹੈ। ਇਹਦੇ ਵਿੱਚ ਜੀ ਲਿਖਿਆ ਹੋਇਆ ਤਾਂ ਇਹ ਕਿਹੜਾ? ਗਲਵਾਨੋਮੀਟਰ ਹੈ। ਜੇ ਏ ਲਿਖਿਆ ਹੁੰਦਾ ਇਹ ਐਮੀਟਰ ਹੁੰਦਾ, ਜੇ ਵੀ ਲਿਖਿਆ ਹੁੰਦਾ ਇਹ ਵੋਲਟਮੀਟਰ ਹੁੰਦਾ। ਬਿਜਲੀ ਸਰਕਟਾਂ ਨੂੰ ਸ਼ਾਰਟ ਸਰਕਟਿੰਗ ਅਤੇ ਓਵਰਲੋਡਿੰਗ ਤੋਂ ਬਚਾਉਣ ਲਈ ਇੱਕ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ। ਹੁੰਦਾ ਇੱਕ ਯੰਤਰ, ਉਸ ਯੰਤਰ ਦਾ ਕੀ ਨਾਮ ਹੈ? ਇਹ ਵੀ ਸਾਰੇ ਬੱਚਿਆਂ ਨੂੰ ਆਉਂਦਾ ਹੋਣਾ। ਕੀ ਹੈ ਬੇਟਾ? ਬਿਜਲੀ ਫਿਊਜ਼, ਜਿਹੜਾ ਆਪਾਂ ਨੂੰ ਓਵਰਲੋਡਿੰਗ ਤੋਂ, ਸ਼ਾਰਟ ਸਰਕਟਿੰਗ ਹੋਣ ਤੋਂ ਬਚਾਉਂਦਾ। ਅਸੀਂ ਆਪਣੇ ਘਰ ਵਿੱਚ ਵਰਤਵੀਂ ਬਿਜਲੀ ਸ਼ਕਤੀ 220 ਵੋਲਟ 'ਤੇ ਪ੍ਰਾਪਤ ਕਰਦੇ ਹਾਂ। ਇਸ ਦੀ ਆਵਰਤੀ ਕਿੰਨੀ ਹੁੰਦੀ ਹੈ? ਕਿੰਨੀ ਆਵਰਤੀ ਹੁੰਦੀ ਹੈ ਬੇਟਾ? ਫ੍ਰੀਕੁਐਂਸੀ 50 ਹਰਟਸ। ਠੀਕ ਹੈ। 220 ਵੋਲਟੇਜ ਆਉਂਦੀ ਹੈ ਆਪਣੇ ਘਰਾਂ 'ਚ ਅਤੇ 50 ਹਰਟਸ ਫ੍ਰੀਕੁਐਂਸੀ ਆਉਂਦੀ ਹੈ। ਅਤੇ ਜਿਹੜਾ ਆਪਣੇ ਕੋਲ ਕਰੰਟ ਆਉਂਦਾ ਉਹ 5 ਐਂਪੀਅਰ ਅਤੇ 15 ਐਂਪੀਅਰ ਦੋ ਕੇਸਾਂ 'ਚ ਆਉਂਦਾ। ਠੀਕ ਹੈ ਬੇਟਾ। ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਨ ਬਹੁਤ ਘੱਟ ਜਾਂਦਾ ਹੈ, ਪਰਿਵਰਤਿਤ ਨਹੀਂ ਹੁੰਦਾ, ਬਹੁਤ ਵੱਧ ਜਾਂਦਾ ਹੈ, ਨਿਰੰਤਰ ਪਰਿਵਰਤਨ ਹੁੰਦਾ ਹੈ। ਕਾਫੀ ਇੰਪੋਰਟੈਂਟ ਹੈ। ਕੀ ਹੋ ਜਾਂਦਾ ਬੇਟਾ? ਸ਼ਾਰਟ ਸਰਕਟ ਸਮੇਂ ਬਿਜਲੀ ਧਾਰਾ ਦਾ ਮਾਨ ਬਹੁਤ ਅਧਿਕ ਵੱਧ ਜਾਂਦਾ ਹੈ। ਕਿਸੇ ਕੁੰਡਲੀ ਵਿੱਚ ਪੈਦਾ ਹੋਣ ਵਾਲੇ ਚੁੰਬਕੀ ਖੇਤਰ ਦੀ ਮਾਤਰਾ ਕਿਸ 'ਤੇ ਨਿਰਭਰ ਕਰਦੀ ਹੈ? ਕੁੰਡਲੀ ਵਿੱਚ ਮੌਜੂਦ ਫੇਰਿਆਂ ਦੀ ਗਿਣਤੀ 'ਤੇ। ਬਿਲਕੁਲ ਸਹੀ, ਇਹ 'ਤੇ ਨਿਰਭਰ ਕਰਦੀ ਹੈ। ਜਿੰਨੀ ਕੁੰਡਲੀ ਦੇ ਫੇਰੇ ਜ਼ਿਆਦਾ ਹੋਣਗੇ ਉਨੀ ਚੁੰਬਕੀ ਖੇਤਰ ਦੀ ਪ੍ਰਬਲਤਾ ਵੀ ਜ਼ਿਆਦਾ ਹੋਏਗੀ। ਕੁੰਡਲੀ ਵਿੱਚੋਂ ਲੰਘ ਰਹੀ ਬਿਜਲੀ ਧਾਰਾ 'ਤੇ, ਇਹ ਵੀ ਠੀਕ ਹੈ। ਕੁੰਡਲੀ ਵਿੱਚ ਬਣਾਉਣ ਲਈ ਵਰਤੇ ਗਏ ਪਦਾਰਥ 'ਤੇ, ਇਹ ਵੀ ਠੀਕ ਹੈ। ਤਿੰਨਾਂ 'ਤੇ ਡਿਪੈਂਡ ਕਰਦੀ ਹੈ। ਮਤਲਬ ਇਹਦੇ ਲਈ ਉਪਰੋਕਤ ਸਾਰੇ ਆ ਜਾਏਗਾ। ਉਪਰੋਕਤ ਸਾਰੇ ਕਾਰਕਾਂ 'ਤੇ ਨਿਰਭਰ ਕਰਦੀ ਹੈ। ਠੀਕ ਹੈ ਬੇਟਾ। ਇਹ ਸੀ ਆਪਣੀਆਂ ਇਸ ਵਾਰ ਵਾਲੇ ਸੈਸ਼ਨ 2020-21 ਵਾਲੇ ਸੈਸ਼ਨ ਦੇ ਵਿੱਚ ਸਾਇੰਸ ਦੀਆਂ ਵਰਕਸ਼ੀਟਸ। ਮੈਨੂੰ ਉਮੀਦ ਆ ਤੁਹਾਨੂੰ ਇਹ ਸਾਰੀਆਂ ਸਮਝ ਆਈਆਂ ਹੋਣਗੀਆਂ ਅਤੇ ਇਹਨਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲਿਆ ਹੋਵੇਗਾ। ਥੈਂਕ ਯੂ ਬੇਟਾ।